ਪੰਦੇਰ ਸਾਹਿਬ, ਭਗਵੰਤ ਮਾਨ ਸਾਹਿਬ ਵੱਲੋਂ ਇੱਕ ਜਿਹੜੀ ਐਂਟੀ ਕਰਪਸ਼ਨ ਐਕਸ਼ਨ ਲਾਈਨ ਦਾ ਐਲਾਨ ਕੀਤਾ ਗਿਆ ਸੀ, ਉਸ ਤੋਂ ਬਾਅਦ ਹੁਣ ਸਿਹਤ ਵਿਭਾਗ ਦੇ ਵਿੱਚ ਕੁਝ ਪ੍ਰੋਕਿਉਰਮੈਂਟ ਨੂੰ ਲੈ ਕੇ ਗੜਬੜ ਸਾਹਮਣੇ ਆਈ ਹੈ, ਸੋ ਇਹਦਾ ਕੀ ਵੇਰਵਾ ਜੀ? ਵਾਸੂ ਜੀ, ਕੱਲ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸ਼ਹੀਦ ਰਾਜਗੁਰੂ ਔਰ ਸ਼ਹੀਦ ਸੁਖਦੇਵ ਉਹਨਾਂ ਦਾ ਜਿਹੜੀ ਸੀ ਬਰਸੀ ਸੀ ਜੀ, ਉਹਦੇ ਉੱਤੇ ਜਿਸ ਤਰ੍ਹਾਂ ਆਪਣੇ ਸਹੁੰ ਚੁੱਕ ਸਮਾਰੋਹ ਵੇਲੇ ਭਗਵੰਤ ਮਾਨ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਜਲਦੀ ਜਿਹੜੀ ਭ੍ਰਸ਼ਟਾਚਾਰ ਆ ਉਹਦੇ ਖਿਲਾਫ ਮੁਹਿੰਮ ਸ਼ੁਰੂ ਕਰਨੀ ਆ। ਇੱਕ ਡੈਡੀਕੇਟਿਡ ਫੋਨ ਲਾਈਨ ਹੋਊਗੀ, ਜਿਹੜਾ WhatsApp ਨੰਬਰ ਹੋਊਗਾ ਉਹਨਾਂ ਦਾ ਆਪਣਾ, ਉਹਦੇ ਤੇ ਤੁਸੀਂ ਸ਼ਿਕਾਇਤਾਂ ਕਰ ਸਕਦੇ ਹੋ। ਤੇ ਉਹਨਾਂ ਨੇ ਉਦੋਂ ਵੀ ਕਿਹਾ ਸੀ ਤੇ ਕੱਲ ਵੀ ਉਹਨਾਂ ਨੇ ਰਿਪੀਟ ਕੀਤਾ। ਕੱਲ ਉਹ ਨੰਬਰ ਜਾਰੀ ਕੀਤਾ ਉਹਨਾਂ ਨੇ ਉੱਥੋਂ ਹੁਸੈਨੇ ਵਾਲਾ ਜਦੋਂ ਗੱਲ ਕਰਦੇ ਸੀ। ਫਿਰ ਬਾਅਦ ਚੋਂ ਮੀਡੀਆ 'ਚ ਵੀ ਅੱਜ ਬਹੁਤ ਸਾਰੇ ਅਖਬਾਰਾਂ 'ਚ ਤੇ ਈਵਨ TV ਚੈਨਲ ਦੇ ਵਿੱਚ ਇੱਥੇ ਹੁਣ ਉਹਦੇ ਐਡਵਰਟਾਈਜ਼ਮੈਂਟਸ ਵੀ ਆ ਰਹੀਆਂ ਨੇ। ਔਰ ਉਹ ਨੰਬਰ ਜਿਹੜਾ ਹੈ ਸਾਡੇ ਅਗਰ ਸਰੋਤੇ ਜਿਹੜੇ ਉਹਨੂੰ ਵਰਤਣਾ ਚਾਹਣ, ਉਹ ਮੈਂ ਇੱਥੇ ਵੀ ਰਿਪੀਟ ਕਰ ਦਿੰਦਾ। ਉਹ ਹੈਗਾ ਜੀ 9501200200 9501200200। ਇੱਕ ਵਾਰੀ ਫੇਰ 9501200200 ਜੀ। ਸੋ ਇਹਦੇ ਤੇ ਕਿਹਾ ਕਿ ਜੇ ਤੁਹਾਡੇ ਕੋਲ ਕੋਈ ਅਧਿਕਾਰੀ, ਮੰਤਰੀ, MLA, ਕੋਈ ਵੀ ਜਿਹੜਾ ਹੈਗਾ ਪਬਲਿਕ ਸਰਵਿਸ ਦੇ ਵਿੱਚ ਹੈਗਾ ਜਾਂ ਕਿਤੇ ਵੀ ਲੈਵਲ ਤੇ ਹੋਰ ਵੀ ਤੁਹਾਡੇ ਕੋਲ ਕੋਈ ਰਿਸ਼ਵਤ ਮੰਗਦਾ, ਉਹਨੂੰ ਰਿਸ਼ਵਤ ਦੇ ਦਿਓ ਤੇ ਪਰ ਨਾਲ ਉਹਦੀ ਰਿਕਾਰਡਿੰਗ ਕਰ ਦਿਓ ਤੇ ਇਸ ਨੰਬਰ ਦੇ ਉੱਤੇ ਵੀਡੀਓ ਜਾਂ ਆਡੀਓ ਜਿਹੜਾ ਹੈ ਭੇਜ ਦਿਓ। ਉਹਦੀ ਜਾਂਚ ਹੋਊਗੀ। ਜਿਹੜਾ ਵੀ ਕੋਈ ਵਿਅਕਤੀ, ਅਧਿਕਾਰੀ, ਚਾਹੇ ਕਿਸੇ ਲੈਵਲ ਤੇ ਵੀ ਹੋਵੇ, ਉਹਦੇ ਖਿਲਾਫ ਜਿਹੜੀ ਹੈਗੀ ਹੈ ਤਫਤੀਸ਼ ਕੀਤੀ ਜਾਊਗੀ ਔਰ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ। ਇਹ ਤਾਂ ਚਲੋ ਜੀ ਉਹਨਾਂ ਨੇ ਅਨਾਉਂਸ ਕਰਤਾ ਸਾਰੇ ਪਾਸੇ। ਅਰਵਿੰਦ ਕੇਜਰੀਵਾਲ ਨੇ ਵੀ ਕਈ ਜਗ੍ਹਾ ਦੇ ਉੱਤੇ ਕਿਹਾ ਕਿ ਪੰਜਾਬ ਨੂੰ ਅਗਲੇ 3 ਮਹੀਨਿਆਂ ਦੇ ਵਿੱਚ ਅਸੀਂ ਭ੍ਰਸ਼ਟਾਚਾਰ ਮੁਕਤ ਕਰ ਦਿਆਂਗੇ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਅਸੀਂ 4 ਮਹੀਨਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਭੰਨ ਦਿਆਂਗੇ। ਤੋ ਇਹਨਾਂ ਨੇ ਕਿਹਾ ਜੀ ਅਸੀਂ ਭ੍ਰਸ਼ਟਾਚਾਰ ਖਤਮ ਕਰਨਾ। ਤੇ ਲੋਕਾਂ ਨੇ ਜੀ ਇਹ ਨੰਬਰ ਦੇ ਉੱਤੇ ਪੂਰਾ ਤਾਂਤਾ ਹੀ ਲਾਤਾ ਅਲੱਗ-ਅਲੱਗ ਜਗ੍ਹਾ ਦੇ ਉੱਤੋਂ। ਹੁਣ ਇਸ ਵੇਲੇ ਵਾਸੂ ਜੀ ਕਮਾਲ ਦੀ ਗੱਲ ਤਾਂ ਇਹ ਹੋਈ ਪਈ ਹੈ, ਇੱਕ IAS ਆਫਿਸਰ ਕ੍ਰਿਸ਼ਨ ਕੁਮਾਰ, ਜਿਹਨੂੰ ਬਹੁਤ ਸਾਰੇ ਲੋਕੀ ਯੂਲੋਜਾਈਜ਼ ਕਰਦੇ ਆ ਕਿ ਜੀ ਉਹ ਸਿੱਖਿਆ ਵਿਭਾਗ ਦੇ ਵਿੱਚ ਉਹਨੇ ਬਹੁਤ ਕੰਮ ਕੀਤਾ। ਬਤੌਰ DC ਨਵਾਂ ਸ਼ਹਿਰ ਵੀ ਸਾਡੇ NRIs ਵੀ ਉਹਨਾਂ ਇੰਟਰੈਕਟ ਕੀਤਾ ਹੋਣਾ, ਬਹੁਤ ਸਾਰੇ ਲੋਕਾਂ ਦੀਆਂ ਹੈਗੀਆਂ। ਉਹਦੇ ਖਿਲਾਫ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਪੈਸੇ ਮੰਗਿਆ। ਸੋ ਇੱਕ ਤਾਂ ਸ਼ਿਕਾਇਤ ਉਹ ਇੱਕ ਨਾਇਬ ਤਹਿਸੀਲਦਾਰ ਦੇ ਖਿਲਾਫ ਹੈ। ਪਰ ਇੱਕ ਇੰਪੋਰਟੈਂਟ ਗੱਲ ਇਹ ਆ ਕਿ ਪਿਛਲੇ ਦਿਨੀ ਜਿਹੜੀ ਕੋਵਿਡ ਦੇ ਦੌਰਾਨ ਇਹ ਗੱਲ ਆਈ ਸੀ ਕਿ ਤੀਸਰੀ ਲਹਿਰ ਆ ਰਹੀ ਹੈ। ਉਹਦੇ ਵਿੱਚ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਆ, ਉਹਨੇ 500 ml ਦੀਆਂ ਬੋਤਲਾਂ ਸੈਨੀਟਾਈਜ਼ਰ ਦੀਆਂ ਲਈਆਂ ਸੀ। ਔਰ ਉਹ ਇਹ ਕਹਿੰਦੇ ਜੀ ਹਰ ਇੱਕ ਬੋਤਲ ਦੀ ਕੀਮਤ ਅਦਾ ਜਿਹੜੀ ਕੀਤੀ ਆ ਉਹ 160 ਰੁਪਏ ਕੀਤੀ ਆ, ਜਦ ਕਿ ਮਾਰਕੀਟ ਪ੍ਰਾਈਸ ਜਿਹੜੀ ਸੀ ਉਹ 54 ਜਾਂ 55 ਰੁਪਏ ਤੋਂ ਘੱਟ ਸੀਗੀ। ਸੋ ਇਹ ਇੱਕ ਸੈਨੀਟਾਈਜ਼ਰਸ ਨੇ ਕੋਈ 1,55,000 ਬੋਤਲਾਂ ਖਰੀਦੀਆਂ ਗਈਆਂ ਇਹ ਜਿਹੜੀਆਂ ਵੰਡਣੀਆਂ ਸੀ, ਔਰ ਤੀਸਰੀ ਵੇਵ ਉਵੇਂ ਆਈ ਨਹੀਂ। ਇਹ ਕਮਾਲ ਦੀ ਗੱਲ ਹੋਈ ਪਈ ਆ ਤੇ ਲੋਕਾਂ ਨੂੰ ਇਸ ਦਾ ਬਹੁਤ ਵੱਡਾ ਜਿਹੜਾ ਹੈਗਾ ਘਸਮਾਨ ਪਿਆ ਹੈ ਵੀ ਇਹ ਹੁਣ ਕਰਨਾ ਕੀ ਹੈ। ਇਹ ਉੱਥੇ ਕੋਈ ਡਾਕਟਰ ਸ਼ਰਨਜੀਤ ਪ੍ਰੋਕਿਉਰਮੈਂਟ ਨੇ ਉਹ ਆਪਣਾ ਪੱਲਾ ਝਾੜਦੇ ਫਿਰਦੇ ਆ ਸਾਰੇ ਦੇ ਪਾਸੇ। ਪਰ ਕੱਲ ਜਿਹੜੇ ਨਵੇਂ ਹੈਲਥ ਮਿਨਿਸਟਰ ਨੇ ਉਹਨਾਂ ਨੇ ਵੀ ਆਪਣੀ ਇੱਕ ਮੀਟਿੰਗ ਲਈ ਤੇ ਉਹਨਾਂ ਨੇ ਸਿੱਧਾ ਕਿਹਾ ਕਿ ਜੀ ਭ੍ਰਸ਼ਟਾਚਾਰ ਬਰਦਾਸ਼ਤ ਨਹੀਂ ਹੋਊਗਾ। ਦੂਸਰੇ ਪਾਸੇ ਈਵਨ ਪੰਚਾਇਤ ਮੰਤਰੀ ਜਿਹੜੇ ਹੈਗੇ ਆਪਣੇ ਕੁਲਦੀਪ ਸਿੰਘ ਉਹਨਾਂ ਨੇ ਵੀ ਗੱਲ ਕੀਤੀ ਆ ਕਿ ਕੋਈ ਜਿਹੜੀਆਂ ਗ੍ਰਾਂਟਸ ਨੇ ਬਹੁਤ ਸਾਰੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਵਾਸੂ ਜਿਵੇਂ ਸਾਡੇ ਹੁਣ NRIs ਵੀ ਜਾਣਦੇ ਹੋਣਗੇ, ਜਿੱਦਣ ਦੀ ਆਜ਼ਾਦੀ ਮਿਲੀ ਹੈ ਪਿੰਡਾਂ ਦੀਆਂ ਸਾਡੀਆਂ ਗਲੀਆਂ ਨਾਲੀਆਂ ਹੀ ਨਹੀਂ ਪੱਕੀਆਂ ਹੋ ਰਹੀਆਂ। ਪਿੰਡ ਦੀ ਡਿਵੈਲਪਮੈਂਟ ਮਤਲਬ ਗਲੀ ਨਾਲੀ ਪੱਕੀ ਕਰਨੀ। ਸੋ ਉਹ ਵੀ ਕੁਝ ਪੁਰਾਣੀਆਂ ਸਰਕਾਰ ਵੇਲੇ ਜਿਹੜੀਆਂ ਗ੍ਰਾਂਟਸ ਇਲੈਕਸ਼ਨ ਤੋਂ ਤੁਰੰਤ ਪਹਿਲਾਂ ਹੀ ਇੱਕਦਮ ਪਹਿਲਾਂ ਸੀਗੀਆਂ ਅਨਾਉਂਸ ਕੀਤੀਆਂ ਗਈਆਂ ਸੀ, ਉਹ ਉਹਨਾਂ ਤੇ ਵੀ ਰੋਕ ਲਾਈ ਗਈ ਹੈ ਤੇ ਉਹਦੇ ਤੇ ਵੀ ਜਿਹੜੀ ਹੈਗੀ ਆ ਸਰਕਾਰ ਇੱਕ ਜਾਂਚ ਬਿਠਾਏਗੀ। ਸੋ ਇਹਦੇ ਵਿੱਚ ਜਦੋਂ ਸਾਰਾ ਕੁਝ ਹੋਇਆ, ਇਹਦੇ 'ਚ ਹੁਣ ਜਿਹੜੀਆਂ ਆਪੋਜੀਸ਼ਨ ਪਾਰਟੀਜ਼ ਨੇ
ਉਹਨਾਂ ਨੂੰ ਵੀ ਮੌਕਾ ਮਿਲਿਆ। ਉਹਨਾਂ ਨੇ ਕਈ ਲੋਕਾਂ ਨੇ ਉਹ ਵੀ ਵੀਡੀਓਜ਼ ਪਾਈਆਂ ਨੇ ਭਗਵੰਤ ਮਾਨ ਦੀ ਇਸ ਐਕਸ਼ਨ ਲਾਈਨ ਦੇ ਉੱਤੇ, ਜਿੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਚੋਣਾਂ ਦੀਆਂ ਟਿਕਟਾਂ ਦੇਣ ਵਾਸਤੇ ਪੈਸੇ ਲੈਣ ਦਾ ਜਿਹੜੇ ਇਲਜ਼ਾਮ ਲੱਗੇ ਆ। ਤੋ ਵਿਜੇ ਸਾਂਪਲਾ ਜਿਹੜੇ ਹੈਗੇ ਬੀਜੇਪੀ ਦੇ ਲੀਡਰ ਆ, ਉਹਨਾਂ ਨੇ ਵੀ ਸਿੱਧਾ ਸਿੱਧਾ ਆਮ ਆਦਮੀ ਨੂੰ ਪਾਰਟੀ ਨੂੰ ਕਿਹਾ ਕਿ ਹੋਰਾਂ ਤੇ ਐਕਸ਼ਨ ਲੈਣ ਤੋਂ ਪਹਿਲਾਂ ਜਰਾ ਆਪਣੇ ਲੋਕਾਂ ਤੇ ਐਕਸ਼ਨ ਲੈ ਕੇ ਦਿਖਾਓ, ਤਾਂ ਕਿ ਲੋਕਾਂ ਦਾ ਇਸ ਐਕਸ਼ਨ ਲਾਈਨ ਤੇ ਵਿਸ਼ਵਾਸ ਬਣੇ। ਪਰ ਆਪਣੇ ਵਾਸੂ ਜੀ, ਜੇ ਇਹ ਗੱਲ ਚੱਲ ਪਏ, ਮੈਨੂੰ ਇਹ ਹੈ ਵੀ ਜੇ ਇਸ ਦੇ ਉੱਤੇ ਹੀ ਸਰਕਾਰ ਐਕਸ਼ਨ ਲੈਣ ਲੱਗ ਪਵੇ, ਔਰ ਇੱਕ ਤਾਂ ਲੋਕਾਂ ਦਾ ਤਾਂ ਚਲੋ ਵਿਸ਼ਵਾਸ ਬਣੇਗਾ, ਪਰ ਦੂਸਰੇ ਪਾਸੇ ਇੱਕ ਖਦਸ਼ਾ ਇਹ ਵੀ ਆ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਇਨਕੁਆਇਰੀਆਂ ਭੁਗਤਦੇ ਰਹਿ ਜਾਣਗੇ ਤੇ ਫਿਰ ਕੰਮਕਾਜ ਨਹੀਂ ਹੋਣਾ। ਸਰਕਾਰ ਨੂੰ ਭ੍ਰਸ਼ਟਾਚਾਰ ਹਟਾਉਣ ਦੇ ਵਿੱਚ ਇਹ ਤਾਂ ਇੱਕ ਜਿਹੜਾ ਐਸਪੈਕਟ ਹੈਗਾ ਹੀ ਹੈਗਾ, ਪਰ ਕੰਮ ਕਾਜ ਦੇ ਵਿੱਚ ਐਫੀਸ਼ੀਐਂਸੀ ਲਿਆਉਣੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ। ਉਹ ਬਹੁਤ ਹੀ ਅਹਿਮ ਇੱਕ ਚੈਲੰਜ ਹੈ ਇਸ ਸਰਕਾਰ ਦਾ ਕਿ ਜਿਹੜਾ ਪੰਜਾਬ ਦਾ ਪ੍ਰਸ਼ਾਸਨਿਕ ਢਾਂਚਾ ਉਹ ਬਹੁਤ ਇਨਐਫੀਸ਼ੀਐਂਟ ਹੋ ਚੁੱਕਿਆ। ਤੇ ਬੰਦੇਰ ਸਾਹਿਬ, ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੈਂਬਲੀ ਦੇ ਵਿੱਚ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ, ਬਾਬਾ ਸਾਹਿਬ ਅੰਬੇਦਕਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਏ ਜਾਣਗੇ। ਹੁਣ ਆਰਕੀਟੈਕਟਸ ਵੱਲੋਂ ਉਹਦਾ ਵਿਰੋਧ ਕੀਤਾ ਜਾ ਰਿਹਾ ਫੈਸਲੇ ਦਾ। ਕਈ ਲੋਕਾਂ ਦਾ ਹੋਇਆ ਸੀਗਾ ਜੀ ਵਿਰੋਧ, ਤੱਕ ਲੋਕਾਂ ਨੇ ਖੁਸਰ ਸ਼ੁਰੂ ਹੋ ਗਈ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਬੀਜੇਪੀ ਦੇ ਰਾਹ ਤੇ ਤੁਰ ਪਈ ਹੈ। ਜਿਵੇਂ ਬੀਜੇਪੀ ਨੇ ਸਰਦਾਰ ਪਟੇਲ ਦਾ ਬੁੱਤ ਲਾਇਆ ਸੀ, ਇਹਨਾਂ ਨੇ ਓਡਾ ਬੁੱਤ ਤਾਂ ਨਾ ਸੀ, ਇਹ ਛੋਟੇ ਛੋਟੇ ਬੁੱਤ ਲਾਉਣੇ ਸ਼ੁਰੂ ਕਰਤੇ ਆ। ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨੇ ਵੀ ਆਪਣੇ ਇਹ ਬੁੱਤਾਂ ਦੀ ਕਾਫੀ ਰਾਜਨੀਤੀ ਕੀਤੀ ਸੀ ਉੱਤਰ ਪ੍ਰਦੇਸ਼ ਦੇ ਜਿਹੜੀ ਉਹਨਾਂ ਦੀ ਚੀਫ ਮਿਨਿਸਟਰ ਮਾਇਆਵਤੀ ਨੇ। ਪਰ ਹੁਣ ਇਹਦੇ ਵਿੱਚ ਇੱਕ ਹੋਰ ਬੜੀ ਇਹਦੇ ਚ ਜਿਹੜੀ ਦਿਲਚਸਪ ਗੱਲ ਇਹ ਹੈ ਕਿ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ ਵੱਲੋਂ ਇੱਕ ਉਹਨਾਂ ਦੇ ਬੁਲਾਰੇ ਨੇ, ਉਹਨਾਂ ਦੀ ਇੱਕ ਵੀਡੀਓ ਚੱਲ ਰਹੀ ਹੈ ਔਰ ਉਹ ਬੜੇ ਜਿਹਨੂੰ ਕਹਿੰਦੇ ਆ ਅਜੀਬੋ ਗਰੀਬ ਤਰਕ ਦੇ ਰਹੇ ਆ। ਅਸੀਂ ਇਹ ਤਾਂ ਮੈਂ ਤਾਂ ਜ਼ਾਤੀ ਤੌਰ ਤੇ ਮੈਂ ਮੰਨਣ ਨੂੰ ਤਿਆਰ ਹਾਂ ਕਿ ਭਗਤ ਸਿੰਘ ਖੁਦ ਬੁੱਤ ਪ੍ਰਸਤੀ ਦੇ ਖਿਲਾਫ ਸੀ, ਉਹਨਾਂ ਦੀ ਆਈਡੀਓਲੋਜੀ ਇਹ ਬੁੱਤ ਪ੍ਰਸਤੀ ਦੇ ਵੱਲ ਨਹੀਂ ਸੀਗੀ। ਭਗਤ ਸਿੰਘ ਖੁਦ ਹੁੰਦੇ ਤਾਂ ਉਹ ਬੁੱਤਾਂ ਦੇ ਖਿਲਾਫ ਹੁੰਦੇ, ਪਰ ਉਹ ਇਹ ਕਿਹਾ ਜਾ ਇਹ ਤਰਕ ਤਾਂ ਮੰਨਿਆ ਜਾ ਸਕਦਾ, ਪਰ ਜਿਹੜੇ ਆਰਕੀਟੈਕਟਸ ਦੇ ਤਰਕ ਨੇ ਉਹ ਬੜੇ ਅਜੀਬੋ-ਗਰੀਬ ਨੇ। ਉਹ ਕਹਿੰਦੇ ਜੀ ਜਿਹੜਾ ਇੱਕ ਤਾਂ ਪਹਿਲੀ ਗੱਲ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਬਿਲਡਿੰਗ ਹੈ ਲੈਜਿਸਲੇਟਿਵ ਅਸੈਂਬਲੀ ਦੀ, ਜਿਹੜੀ ਵਿਧਾਨ ਸਭਾ ਵਾ, ਉਹਦੀ ਮਾਲਕ ਜਿਹੜੇ ਹੈ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ, ਪੰਜਾਬ ਨਹੀਂ ਹੈ ਉਹਦਾ ਮਾਲਕ। ਵੀ ਪੰਜਾਬ ਦੀ ਰਾਜਧਾਨੀ ਦੇ ਵਿੱਚ ਪੰਜਾਬ ਦੀ ਅਸੈਂਬਲੀ ਦਾ ਮਾਲਕ ਪੰਜਾਬ ਨਹੀਂ ਹੈ। ਇਹ ਇੱਕ ਤਾਂ ਪਹਿਲਾ ਤਰਕ ਇਹ ਦਿੱਤਾ। ਦੂਸਰਾ ਤਰਕ ਇਹ ਦਿੱਤਾ ਜਿਹੜਾ ਕੈਪੀਟਲ ਕੰਪਲੈਕਸ, ਜਿਹੜਾ ਜਿਸ ਨੂੰ ਸੈਕਟਰੀਏਟ ਫਿਰ ਅਸੈਂਬਲੀਆਂ ਦਾ ਜਿਹੜਾ ਪੰਜਾਬ ਤੇ ਹਰਿਆਣੇ ਦੀ ਅਸੈਂਬਲੀ ਦੀ ਬਿਲਡਿੰਗ ਆ, ਔਰ ਹਾਈ ਕੋਰਟ ਜਿਹੜਾ ਉਹ ਇਲਾਕਾ ਉਹਨੂੰ ਕੈਪੀਟਲ ਕੰਪਲੈਕਸ ਕਹਿੰਦੇ ਆ। ਔਰ ਉਹ ਕੈਪੀਟਲ ਕੰਪਲੈਕਸ ਯੂਨੈਸਕੋ ਹੈਰੀਟੇਜ ਸਾਈਟ ਵੱਲੋਂ ਮੰਨਿਆ ਗਿਆ, ਉਹਦੀ ਲਿਸਟਿੰਗ ਹੋਈ ਹੈ। ਤੇ ਉਹ ਕਹਿੰਦੇ ਜੀ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਯੂਨੈਸਕੋ ਨੇ ਨਹੀਂ ਅਲਾਉ ਕੀਤਾ ਇੱਥੇ ਬੁੱਤ ਅਲਾਉ ਇੱਥੇ ਕਰਨੇ। ਤੇ ਉਹਦੇ ਵਿੱਚ ਕਹਿੰਦੇ ਜੀ ਦੂਸਰੀ ਗੱਲ ਉਹ ਕਹਿੰਦੇ ਜੀ ਜਿਹੜੀ ਚੰਡੀਗੜ੍ਹ ਦੀ ਮਾਸਟਰ ਪਲਾਨ ਹੈ ਜਿਹਦੇ ਚ ਲੀ ਕੋਰਬੂਜ਼ੀਅਰ ਨੇ ਇਹ ਸਾਰਾ ਸ਼ਹਿਰ ਵਸਾਇਆ ਸੀ, ਉਹਨੇ ਵੀ ਬੁੱਤਾਂ ਦੇ ਖਿਲਾਫ ਗੱਲ ਕੀਤੀ ਹੈ। ਹੁਣ ਗੱਲ ਜਿਹੜੀ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ ਦੀ ਮੈਨੂੰ ਤਾਂ ਕਾਫੀ ਬੇਤੁਕੀ ਲੱਗਦੀ ਹੈ। ਪਹਿਲੀ ਗੱਲ ਤਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਇਸ ਦੀ ਮਾਲਕ ਨਹੀਂ ਹੈਗੀ, ਉਹ ਇੱਕ ਜਿਹੜੀ ਕਹਿ ਸਕਦੇ ਹੋ ਕੇਅਰ ਟੇਕਰ ਹੈ, ਉਹ ਚੌਕੀਦਾਰ ਹੈ। ਜਿਹੜੀ ਇਹਦੀ ਚੰਡੀਗੜ੍ਹ ਦੇ ਵਿੱਚ ਐਡਮਿਨਿਸਟ੍ਰੇਸ਼ਨ ਉਦੋਂ ਤੱਕ ਹੀ ਹੈਗੀ ਆ, ਇਹ ਸਾਂਝੀ ਰਾਜਧਾਨੀ ਉਦੋਂ ਤੱਕ ਹੈ ਜਦ ਤੱਕ ਹਰਿਆਣੇ ਨੂੰ ਰਾਜਧਾਨੀ, ਬੇਸ਼ੱਕ 1966 ਤੋਂ ਲੈ ਕੇ ਹੁਣ ਤੱਕ ਇਹ ਰਾਜਧਾਨੀ ਦਾ ਮਾਮਲਾ ਨਹੀਂ ਡਿਸਾਈਡ ਹੋ ਸਕਿਆ, ਤੇ ਉਦੋਂ ਤੱਕ ਵੀ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਉਹਦੀ ਮਾਲਕ ਨਹੀਂ ਹੈਗੀ। ਜਿਹੜੇ ਚੰਡੀਗੜ੍ਹ ਦੀ ਟੋਟਲ ਮਲਕੀਅਤ 60-40 ਦੀ ਰੇਸ਼ੋ ਦੇ ਵਿੱਚ ਪੰਜਾਬ ਔਰ ਹਰਿਆਣੇ 'ਚ ਡਿਵਾਈਡਡ ਹੈ। ਸੋ ਜਿਹੜਾ ਇੱਕ ਕੇਅਰ ਟੇਕਰ ਹੈਗੀ ਆ ਉਹ ਮਾਲਕ ਕਿਵੇਂ ਹੋਗੀ। ਦੂਸਰੀ ਗੱਲ, ਮੈਂ ਜੇ ਕਿਸੇ ਪਾਸਿਓਂ ਇੰਡੀਅਨ ਜਿਹੜੇ ਇਹ ਇੰਸਟੀਚਿਊਟ ਆਫ ਆਰਕੀਟੈਕਟਸ ਹੈ ਇਹਨਾਂ ਨੂੰ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ, ਦੁਨੀਆ ਦੀ ਇੱਕ ਕੈਪੀਟਲ ਸਿਟੀ ਦਿਖਾ ਦੇਣ ਜਿਹਦੇ ਵਿੱਚ ਉਹਨਾਂ ਦੇ ਹੀਰੋਜ਼ ਦੀਆਂ ਬੁੱਤ ਨਹੀਂ ਲੱਗੇ ਹੋਏ। ਤੁਸੀਂ ਆਪਣੇ ਮੁਲਕਾਂ 'ਚ ਦੇਖੋ, ਕੈਨੇਡਾ, USA ਜਾਂ ਵੈਸਟ ਦੇ ਵਿੱਚ ਕਿੰਨੇ ਸੋਹਣੇ ਬੁੱਤ ਲੱਗੇ ਹੁੰਦੇ ਨੇ,
ਤੁਸੀਂ ਆਪਣੇ ਸਾਰੇ ਪਾਸੇ ਦੇਖੋ, ਉਹਨੂੰ ਆਪਣੇ ਉਹ ਹੀਰੋਜ਼ ਨੂੰ ਦਿਖਾਉਣਾ ਚਾਹੁੰਦੇ ਨੇ। ਵਾਸੂ ਜੀ, ਮੈਂ ਇਹਦੇ 'ਚ ਨਾ ਇੱਕ ਹੋਰ ਜਿਹੜਾ ਹੈਗੀ ਆ ਹਿਸਟੋਰੀਕਲ ਐਸਪੈਕਟ ਲੈ ਕੇ ਆਉਣਾ। ਯੂਨੈਸਕੋ ਦੇ ਵਿੱਚ ਵੀ ਕੁਝ ਸਿੱਖ ਸੰਸਥਾਵਾਂ ਗਈਆਂ ਸੀ ਕਿ ਦਰਬਾਰ ਸਾਹਿਬ ਨੂੰ ਹੈਰੀਟੇਜ ਸਾਈਟ ਬਣਾਇਆ ਜਾਵੇ। ਯੂਨੈਸਕੋ ਭੱਜੀ ਆਈ ਤੇ ਯੂਨੈਸਕੋ ਨੇ ਕਿਹਾ ਤੇ ਜੀ SGPC ਨਾਲ ਗੱਲਬਾਤ ਸ਼ੁਰੂ ਹੋਈ, ਤਾਂ ਫਿਰ ਉਹਨਾਂ ਨੇ ਜੀ ਕਈ ਰੂਲਸ ਐਂਡ ਰੈਗੂਲੇਸ਼ਨ ਦੱਸਣੇ ਸ਼ੁਰੂ ਕਰਤੇ ਜੀ। ਤਾਂ SGPC ਨੇ 2015 ਦੇ ਵਿੱਚ ਗੱਲ ਨਿਬੇੜਤੀ ਸੀ ਤੇ ਕਿਹਾ ਸੀ ਅਸੀਂ ਕਿਸੇ ਬਾਹਰਲੇ ਦਾ ਜਿਹੜਾ ਕੋਈ ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ, ਉਹਦਾ ਜਿਹੜਾ ਉਹ ਨਹੀਂ ਡਿਸਾਈਡ ਕਰਨਗੇ ਕਿ ਅਸੀਂ ਦਰਬਾਰ ਸਾਹਿਬ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ, ਉਹਦੇ ਰੂਲਸ ਐਂਡ ਰੈਗੂਲੇਸ਼ਨ, ਉਹਦੀ ਮੈਨੇਜਮੈਂਟ ਦੇ ਵਿੱਚ ਜਿਹੜਾ ਉਹਨਾਂ ਦਾ ਕੋਈ ਸਟੇਕ ਹੀ ਨਹੀਂ ਹੈ, ਉਹ ਕਿਵੇਂ ਆ ਕੇ ਕਰਨਗੇ। ਹੁਣ ਜਿਹੜੀ ਬੁੱਤਾਂ ਲਾਉਣ ਦੀ ਗੱਲ ਆ, ਬੁੱਤ ਜਿਹੜੇ ਹੁੰਦੇ ਨੇ ਕੋਈ ਵੀ ਜਿਹੜਾ ਹੈ ਉਹ ਇੱਕ ਟੈਂਪਰੇਰੀ ਸਟਰਕਚਰ ਆ। ਉਹ ਜਿਹੜਾ ਯੂਨੈਸਕੋ ਆ, ਜੇ ਤੁਸੀਂ ਇਹ ਕਹਿੰਦੇ ਹੋ ਸਿਵਲ ਸੈਕਟਰੀਏਟਸ ਜਾਂ ਸਰਕਾਰੀ ਬਿਲਡਿੰਗ ਜਿਹੜੀਆਂ ਬਣੀਆਂ ਨੇ ਉਹਨਾਂ ਦੀ ਜਾਂ ਜਿਹੜੇ ਸੈਕਟਰਸ ਦੇ ਡਿਜ਼ਾਈਨ ਨੇ ਉਹਨਾਂ ਦੇ ਉੱਤੇ ਤਾਂ ਤੁਸੀਂ ਕਹਿ ਸਕਦੇ ਹੋ ਵੀ ਇਹਨੂੰ ਨਹੀਂ ਚੇਂਜ ਕੀਤਾ ਜਾਂਦਾ। ਬੁੱਤ ਤਾਂ ਇੱਕ ਟੈਂਪਰੇਰੀ ਸਟਰਕਚਰ ਆ, ਜੇ ਤੁਹਾਨੂੰ ਲੱਗਦਾ ਇਹ ਡਿਫੇਸਮੈਂਟ ਆ ਉਹਨੂੰ ਸ਼ਿਫਟ ਕੀਤਾ ਜਾ ਸਕਦਾ। ਕਈ ਜਗ੍ਹਾ ਤੇ ਬੁੱਤ ਸ਼ਿਫਟ ਹੁੰਦੇ ਨੇ। ਸੋ ਅਸੀਂ ਉੱਥੇ ਪਹਿਲਾਂ ਉੱਥੇ ਆਪਣੇ ਦਰਬਾਰ ਸਾਹਿਬ ਵੀ ਤਾਂ ਸ਼ਿਫਟ ਹੋਏ ਨਹੀਂ, ਲੋਕਾਂ ਨੇ ਆਬਜੈਕਟ ਕੀਤਾ ਵੀ ਇਹ ਬੁੱਤ ਇੱਥੇ ਨਹੀਂ ਹੋਣੇ ਚਾਹੀਦੇ, ਉਹ ਲਾ ਕੇ ਸਰਕਾਰ ਨੇ, ਪਿਛਲੀ ਸਰਕਾਰ ਨੇ ਉਹ ਪਰੇ ਕਰਤੇ। ਸੋ ਇਹਦੇ ਉੱਪਰ ਡਿਸਾਈਡ ਇਹ ਕਰਨਾ, ਤਰਕ ਬੇਸ਼ੱਕ ਤੁਸੀਂ ਦਿਓ ਕਿ ਜੀ ਖੁਦ ਭਗਤ ਸਿੰਘ ਦੀ ਆਈਡੀਓਲੋਜੀ ਦੇ ਨਾਲ ਇਹ ਮੇਲ ਨਹੀਂ ਖਾਂਦੇ, ਫਿਰ ਤਾਂ ਗੱਲ ਮੰਨਣ ਵਾਲੀ ਬਣਦੀ ਹੈ। ਫਿਰ ਜੇ ਇਹ ਤਰਕ ਹੈ, ਫਿਰ ਭਗਤ ਸਿੰਘ ਦਾ ਜਿਹੜੇ ਬੁੱਤ ਨੇ, ਜਿਵੇਂ ਲੁਧਿਆਣੇ ਦਾ ਜਿਹੜਾ ਹੈਗਾ ਉੱਚਾ ਪੁਲ ਹੈ, ਉਦੋਂ ਤੋਂ ਵੀ ਲਾਹੋ। ਫਿਰ ਖਟਕੜ ਕਲਾਂ ਜਿਹੜਾ ਹੈਗਾ ਉਹ ਵੀ ਲਾਉਣਾ ਪੈਣਾ, ਖੁਦ ਹੁਸੈਨੇ ਵਾਲਾ ਲੱਗੇ ਹੋਏ ਉਹ ਵੀ ਲਾਉਣੇ ਪੈਣੇ, ਜਿੱਥੇ ਹਾਰ ਜਾ ਕੇ ਸਾਰੇ ਲੀਡਰ ਪਾਉਂਦੇ ਨੇ, ਥਾਂ ਥਾਂ ਤੇ ਭਗਤ ਸਿੰਘ ਦੇ ਬੁੱਤ ਲੱਗੇ ਹੋਏ ਆ। ਪਰ ਮੈਂ ਤਾਂ ਜੀ ਇਕੱਲਾ ਇਹ ਕੀ ਹੈ ਕਿ ਭਗਵੰਤ ਮਾਨ ਉਹਨਾਂ ਨੂੰ ਜੇ ਕਹਿੰਦੇ ਨੇ ਕਿ ਸਿਰਫ ਭਗਤ ਸਿੰਘ ਦਾ ਤੇ ਕਰਤਾਰ ਸਿੰਘ ਸਰਾਭਾ, ਉਦਮ ਸਿੰਘ ਉਹਨਾਂ ਦੇ ਵੀ ਬੁੱਤ ਲੱਗਣੇ ਚਾਹੀਦੇ ਨੇ, ਤੇ ਮਦਨ ਲਾਲ ਢੀਂਗਰਾ ਦਾ ਵੀ ਹੋਣਾ ਚਾਹੀਦਾ, ਲਾਲਾ ਲਾਜਪਤ ਰਾਏ ਦਾ ਵੀ ਹੋਣਾ ਚਾਹੀਦਾ। ਸੋ ਜਿਹੜੇ ਹੈਗੇ ਆ ਇਕੱਲੇ ਬੁੱਤ ਹੀ ਨਹੀਂ ਲੱਗਣੇ ਚਾਹੀਦੇ, ਇਹਨਾਂ ਦੇ ਬਾਰੇ ਜਿਹੜੀ ਇੱਕ ਪ੍ਰੋਪਰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਸਾਡੀ ਜਿਹੜੀ ਆਜ਼ਾਦੀ ਦੀ ਸਟਰਗਲ ਆ ਉਹਦਾ ਨੇਚਰ ਕੀ ਸੀ, ਉਹਦਾ ਥਰਸਟ ਕੀ ਸੀ, ਤੇ ਲੋਕਾਂ ਨੂੰ ਉਸ ਦੀ ਆਈਡੀਓਲੋਜੀ ਵੀ ਸਮਝ ਆਉਣੀ ਚਾਹੀਦੀ ਹੈ ਕਿ ਉਹ ਅੱਜ ਕੱਲ ਦੇ ਮਾਹੌਲ ਦੇ ਵਿੱਚ ਉਹਦੀ ਰੈਲੇਵੈਂਸ ਕੀ ਹੈ ਜੀ। ਪੰਦੇਰ ਸਾਹਿਬ, ਉਧਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ BJP ਨੂੰ ਚੈਲੰਜ ਕੀਤਾ, ਕਹਿੰਦੇ ਜੇ ਤੁਹਾਨੂੰ ਹਾਰ ਦਾ ਡਰ ਨਹੀਂ ਹੈ ਤਾਂ ਫਿਰ ਮਿਊਨਿਸਪਲ ਚੋਣਾਂ ਸਮੇਂ ਤੇ ਕਰਾ ਕੇ ਦਿਖਾਓ। ਬਿਲਕੁਲ ਵਾਸੂ ਜੀ, ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਜਦੋਂ ਪੰਜਾਬ 'ਚ ਏਡੀ ਵੱਡੀ ਜਿੱਤ ਹੋਈ ਹੈ ਨਾ, ਹੁਣ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਵੀ ਪਹਿਲਵਾਨਾਂ ਨੂੰ ਜਿਹੜੀ ਹੈਗੇ ਦਬਕੇ ਮਾਰਨੇ ਸ਼ੁਰੂ ਕਰਤੇ ਆ, ਤੇ ਦਿੱਲੀ ਸਰਕਾਰ ਨੂੰ ਵੀ ਅੱਖਾਂ ਕੱਢਣੀਆਂ ਸ਼ੁਰੂ ਕਰਤੀਆਂ। ਹੁਣ ਕਲੇਸ਼ ਦੀ ਗੱਲ ਜਿਹੜੀ ਇਹਦੇ ਵਿੱਚ ਇਹ ਆ ਕਿ ਆਪਣੇ ਸਰੋਤਿਆਂ ਨੂੰ ਥੋੜਾ ਦੱਸਦਾ ਵਾਂ ਕਿ ਦਿੱਲੀ ਦੇ ਵਿੱਚ 3 ਸਰਕਾਰਾਂ ਚੱਲਦੀਆਂ ਨੇ। ਕੁਛ ਤਾਂ ਮਹਿਕਮੇ ਜਿਹੜੇ ਹੈਗੇ ਆ ਉਹ ਕੇਂਦਰ ਸਰਕਾਰ ਕੋਲ ਆ, ਕਿਉਂਕਿ ਦੇਸ਼ ਦੀ ਰਾਜਧਾਨੀ ਹੈ, ਤੇ ਥੋੜੇ ਜਿਹੇ ਮਹਿਕਮੇ ਸੂਬਾ ਸਰਕਾਰ ਕੋਲ ਆ ਜੋ ਕੇਜਰੀਵਾਲ ਕੋਲ ਆ। ਫਿਰ ਬਹੁਤ ਸਾਰੇ ਜਿਹੜੇ ਇਸ਼ੂਜ਼ ਨੇ ਉਹ ਮਿਊਨਿਸਪਲ ਕਾਰਪੋਰੇਸ਼ਨਾਂ ਨੇ। ਦਿੱਲੀ ਦੇ ਵਿੱਚ 3 ਮਿਊਨਿਸਪਲ ਕਾਰਪੋਰੇਸ਼ਨ ਇਸ ਵੇਲੇ ਹੈਗੀਆਂ ਜੀ, ਤੇ ਉਹਦੇ ਵਿੱਚ ਇੱਕ ਨਾਰਥ ਦੀ ਆ, ਇੱਕ ਈਸਟ ਦੀ ਤੇ ਇੱਕ ਸਾਊਥ ਦੀ ਆ। ਸੋ ਇਹਦੇ ਵਿੱਚ ਜਿਹੜਾ ਹੈਗਾ ਕੱਲ ਦੀ ਗੱਲ ਇਹ ਆ, ਰਾਦਰ 2 ਦਿਨ ਹੋ ਗਏ, ਜਿਹੜੀ ਯੂਨੀਅਨ ਕੈਬਨਿਟ ਆ ਉਹਨੇ ਇੱਕ ਬਿੱਲ ਲਿਆਂਦਾ ਪਾਰਲੀਮੈਂਟ ਦੇ ਵਿੱਚ ਕਿ ਇਹ ਤਿੰਨੇ ਆ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਨੇ ਇਹ ਦਿੱਲੀ ਦੀਆਂ ਇਕੱਠੀਆਂ ਯੂਨੀਫਾਈ ਹੋ ਜਾਣੀਆਂ ਚਾਹੀਦੀਆਂ, ਤੇ ਉਦੋਂ ਤੱਕ ਕਿਉਂਕਿ ਹੁਣ ਉਹ ਇਲੈਕਸ਼ਨ ਡਿਊ ਨੇ ਉੱਥੇ, ਤਾਂ ਇਲੈਕਸ਼ਨ ਪੋਸਟਪੋਨ ਕਰਨ ਵਾਸਤੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ। ਇਸ ਗੱਲ ਦੇ ਉੱਤੇ ਅਰਵਿੰਦ ਕੇਜਰੀਵਾਲ ਭੜਕ ਉੱਠੇ। ਉਹਨਾਂ ਨੇ ਕਿਹਾ ਕਿ ਜਦੋਂ ਟਾਈਮ ਆਇਆ ਐਨ ਬਿਲਕੁਲ ਹੀ ਉਦੋਂ ਲਿਆ ਕੇ ਤੁਸੀਂ ਇਹ ਇੱਕ ਬਹਾਨਾ ਵਰਤ ਰਹੇ ਹੋ ਯੂਨੀਫਿਕੇਸ਼ਨ ਦਾ ਵੀ ਇਕੱਠੀਆਂ ਕਰਕੇ ਇੱਕ ਕਾਰਪੋਰੇਸ਼ਨ ਬਣਾਉਣੀ ਹੈ ਤਾਂ ਕਿ ਇਲੈਕਸ਼ਨ ਡਿਲੇ ਹੋ ਜਾਣ। ਉਹਨਾਂ ਕਿਹਾ ਦਰਅਸਲ ਜਿਹੜੀ BJP ਆ ਹੁਣ ਉਹਨਾਂ 'ਚ ਕੌਨਫੀਡੈਂਸ ਨਹੀਂ ਰਿਹਾ ਕਿ ਉਹ ਇਲੈਕਸ਼ਨ ਜਿੱਤ ਸਕਦੇ ਆ, ਤੇ ਉਹਨਾਂ ਨੂੰ ਆਪਣੀ ਅਗਲੀ ਜਿਹੜੀ ਸਿਚੁਏਸ਼ਨ ਬਣਨੀ ਆ ਭਾਰਤ ਦੇ ਵਿੱਚ ਉਹ ਨਜ਼ਰ ਆਉਣੀ ਸ਼ੁਰੂ ਹੋ ਗਈ ਆ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਚੈਲੰਜ ਕੀਤਾ BJP ਨੂੰ ਵੀ ਤੁਸੀਂ ਟਾਈਮ ਸਿਰ ਇਲੈਕਸ਼ਨਾਂ ਕਰਵਾਓ, ਦਿੱਲੀ 'ਚ ਜਿੱਤ ਕੇ ਦਿਖਾਓ, ਤੇ ਜੇ ਜਿੱਤ ਗਏ ਤਾਂ ਮੈਂ ਜਿਹੜੀ ਹੈਗੀ ਆ ਸਿਆਸਤ ਛੱਡ ਦੂੰਗਾ। ਐਡਾ ਵੱਡਾ ਚੈਲੰਜ ਉਹਨਾਂ ਨੇ BJP ਦੇ ਸਾਹਮਣੇ ਛੱਡਿਆ। ਤੇ ਇਹਦੇ ਵਿੱਚ ਨਾਲ ਦੀ ਨਾਲ ਜਿਹੜੀ ਹੈਗੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕਨਸਟੀਟਿਊਸ਼ਨ ਆ ਉਹ ਬਹੁਤ ਜ਼ਰੂਰੀ ਆ, ਤੇ ਜਿਸ ਤਰੀਕੇ ਦੇ ਨਾਲ ਹੁਣ BJP ਨੇ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਰਾਦਰ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਨਹੀਂ, ਜਿਹੜਾ
ਦਿੱਲੀ ਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਮਿਸ਼ਨ ਆ ਉਹਨੂੰ ਉਹਦੇ ਕੋਲੋਂ ਉਹਨਾਂ ਨੇ ਇਲੈਕਸ਼ਨ ਕਰਾਉਣੀਆਂ ਸੀ, ਉਹਨੂੰ ਕਿਹਾ ਕਿ ਇਹ ਡਿਲੇ ਵਿੱਚ ਪਾਤੀ, ਕਈ ਮਹੀਨਿਆਂ 'ਚ ਅਮੈਂਡਮੈਂਟ ਹੋਊਗੀ, ਫਿਰ ਸਾਰੇ ਪਾਸੇ ਉਹਦੇ 'ਚ ਡਿਲੇ ਹੋਊਗੀ। ਕਹਿੰਦੇ ਕੱਲ੍ਹ ਨੂੰ ਗੁਜਰਾਤ ਦੀਆਂ ਇਲੈਕਸ਼ਨਾਂ ਹੋਣਗੀਆਂ, ਉੱਥੇ ਕਹਿਣਗੇ ਜੀ ਜੇ ਹਾਰਨ ਦੀ ਗੱਲ ਹੋਊਗੀ ਚੱਕ ਕੇ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿਣਗੇ ਜੀ ਗੁਜਰਾਤ ਔਰ ਮਹਾਰਾਸ਼ਟਰ ਨੂੰ ਅਸੀਂ ਇਕੱਠਾ ਕਰਨਾ ਚਾਹੁੰਦੇ ਹਾਂ, ਇਸ ਲਈ ਇਹ ਇਲੈਕਸ਼ਨਾਂ ਚੇਂਜ ਕਰ ਦਿਓ। ਜਾਂ ਫਿਰ ਕਹਿੰਦੇ ਜੀ ਜੇ ਪਾਰਲੀਮੈਂਟ 'ਚ ਹਾਰਨ ਲੱਗੇ ਫਿਰ ਕਹਿ ਦੇਣਗੇ ਜੀ ਪਾਰਲੀਮੈਂਟ ਸਿਸਟਮ ਤੋਂ ਅਸੀਂ ਚੇਂਜ ਕਰਕੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਲਿਆਉਣਾ ਚਾਹੁੰਦੇ ਹਾਂ, ਇਸ ਲਈ ਇਲੈਕਸ਼ਨ ਚੇਂਜ ਆਪਣੀ ਪੋਸਟਪੋਨ ਕਰ ਦਿਓ। ਤੇ ਉਹਨਾਂ ਦਾ ਅਰਵਿੰਦ ਕੇਜਰੀਵਾਲ ਦਾ ਇਹ ਕਹਿਣਾ ਕਿ ਇਹ ਜਿਹੜਾ ਪੈਂਤਲਾ ਹੈ ਕਿ ਬਿਲਕੁਲ ਹੀ ਚੋਣਾਂ ਦੇ ਬਿਲਕੁਲ ਨੇੜੇ ਆ ਕੇ ਇਹੋ ਜਿਹੀ ਜਿਹੜੀ ਗੱਲ ਕਰਨੀ, ਉਹ ਜਿਹੜੀ ਕਨਸਟੀਟਿਊਸ਼ਨ ਔਰ ਜਮਹੂਰੀਅਤ ਜਿਹੜਾ ਸਾਡਾ ਸੰਵਿਧਾਨ ਆ ਤੇ ਜਮਹੂਰੀਅਤ ਦੀ ਬੇਸਿਕ ਸਪਿਰਿਟ ਦੇ ਖਿਲਾਫ। ਤੇ ਪੰਦੇਰ ਸਾਹਿਬ, ਹੁਣ ਪੰਜਾਬ ਦੇ ਵਿੱਚ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਆਪਣਾ ਫੋਕਸ ਹੁਣ ਹਿਮਾਚਲ ਵੱਲ ਕਰ ਰਹੇ ਨੇ, ਨਵੰਬਰ ਦੇ ਵਿੱਚ ਉੱਥੇ ਚੋਣਾਂ ਨੇ, ਸੋ ਇਹਨੂੰ ਲੈ ਕੇ ਹੁਣ ਬੀਜੇਪੀ ਤੇ ਕਾਂਗਰਸ ਬੜੇ ਸਤਰਕ ਹੋਏ ਨੇ, ਦੋਨੋਂ ਪਾਰਟੀਆਂ। ਬਿਲਕੁਲ ਜੀ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕਈ ਲੀਡਰ ਇਹਨਾਂ ਦੇ ਖੋਹ ਲਏ ਸੀਗੇ, ਕਈ ਉਹਨਾਂ ਚੋਂ ਜਿੱਤ ਕੇ, ਜਿਸ ਤਰ੍ਹਾਂ ਮੈਂ ਹੈਲਥ ਮਿਨਿਸਟਰ ਦੀ ਵੀ ਗੱਲ ਕਰਦਾ ਤੇ ਉਹ ਵਿਜੇ ਗੁਪਤਾ ਨੇ, ਸ਼ਾਇਦ ਉਹ ਮਾਨਸਾ ਤੋਂ ਆਏ ਨੇ, ਤੇ ਉਹ ਜਿੱਤ ਕੇ ਉਹ ਬੀਜੇਪੀ ਤੋਂ ਆਏ ਨੇ। ਹੋਰ ਵੀ ਕਈ ਲੀਡਰ ਆਏ ਨੇ, ਕਾਂਗਰਸ ਚੋਂ ਵੀ ਕੁਝ ਗਏ, ਲੋਕੀ ਦੂਸਰੀਆਂ ਪਾਰਟੀਆਂ ਚੋਂ ਛੱਡ ਕੇ ਜਿਨ੍ਹਾਂ ਨੂੰ ਉੱਥੇ ਐਡਜਸਟ ਨਹੀਂ ਕੀਤਾ ਗਿਆ ਸੀ, ਉਹ ਆਮ ਆਦਮੀ ਪਾਰਟੀ 'ਚ ਗਏ ਤੇ ਫਿਰ ਜਿੱਤ ਗਏ। ਸੋ ਜਿਹੜਾ ਪੰਜਾਬ ਦੇ ਵਿੱਚ ਹੋਇਆ ਹੁਣ, ਕਿਉਂਕਿ ਇਸ ਸਾਲ ਹੀ ਆਈ ਥਿੰਕ ਨਵੰਬਰ ਦੇ ਵਿੱਚ ਹਿਮਾਚਲ 'ਚ ਇਲੈਕਸ਼ਨ ਹੋਣੀਆਂ ਨੇ, ਤੇ ਉਹ ਉਹਨਾਂ ਨੂੰ ਡਰ ਹੋ ਗਿਆ ਕਿ ਪੰਜਾਬ ਵਾਲਾ ਫਾਰਮੂਲਾ ਅਰਵਿੰਦ ਕੇਜਰੀਵਾਲ ਇੱਥੇ ਨਾ ਲਾਉਣਾ ਸ਼ੁਰੂ ਕਰ ਦੇਣ। ਸੋ ਬੜੀ ਛੇਤੀ ਜਿਹੜੀਆਂ ਹੈਗੀਆਂ ਬੀਜੇਪੀ ਦੀਆਂ ਬਹੁਤ ਸਾਰੀਆਂ ਮੀਟਿੰਗਸ ਹੋਣੀਆਂ ਸ਼ੁਰੂ ਹੋ ਗਈਆਂ, ਮਿਊਨਿਸਪਲ ਲੈਵਲ ਤੇ, ਬੂਥ ਲੈਵਲ ਦੇ ਉੱਤੇ, ਫਿਰ ਜੀ ਬਹੁਤ ਸਾਰੀਆਂ ਮੀਟਿੰਗ ਸਾਰੀਆਂ ਕਰਨੀਆਂ ਸ਼ੁਰੂ ਕਰਤੀਆਂ। ਔਰ ਜਿਹੜੇ ਹਿਮਾਚਲ ਦੇ ਵਿੱਚ ਤੋਂ ਹੀ ਨੇ ਜਿਹੜੇ ਬੀਜੇਪੀ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ JP ਨੱਡਾ, ਉਹ ਵੀ ਕੰਸਰਨ ਨੇ ਕਿ ਜੇ ਉਹਨਾਂ ਦੀ ਆਪਣੀ ਹੋਮ ਸਟੇਟ 'ਚ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਹਨਾਂ ਵਾਸਤੇ ਵੀ ਫਜ਼ੀਅਤ ਦਾ ਕੰਮ ਹੋਊਗਾ। ਕਾਂਗਰਸ ਨੇ ਜਿਹੜਾ ਹੈ ਉੱਥੇ ਆਨੰਦ ਸ਼ਰਮਾ ਜੋ G23 'ਚ ਜਾ ਚੁੱਕੇ ਸੀ, ਉਹਨਾਂ ਨੂੰ ਪਲੋਸਣ ਦਾ ਕੰਮ ਸ਼ੁਰੂ ਕਰ ਲਿਆ। ਔਰ ਇਸ ਵੇਲੇ ਹੋਰ ਵੀ ਜਿਹੜੇ ਨੇਤਾ ਨੇ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਵੀ ਕਿਤੇ ਕੋਈ ਟੁੱਟ ਕੇ ਆਮ ਆਦਮੀ ਪਾਰਟੀ 'ਚ ਨਾ ਚਲਾ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕੀ ਟੁੱਟ ਕੇ ਇਹਨਾਂ ਦੋਨੋਂ ਪਾਰਟੀਆਂ ਤੋਂ ਆਮ ਆਦਮੀ ਪਾਰਟੀ 'ਚ ਗਏ, ਐਤਕੀ ਉਹ ਵੀ ਜਿੱਤੇ। ਜੀ ਪੰਦੇਰ ਸਾਹਿਬ, ਤ੍ਰਿਣਮੂਲ ਕਾਂਗਰਸ ਦੇ ਮਹੁਆ ਮੋਇਤਰਾ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੱਕ ਤੰਜ਼ ਕੱਸਿਆ। ਉਹ ਕਹਿੰਦੇ ਵੀ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਦਾਖਲ ਹੁੰਦੇ ਨੇ ਜਿਵੇਂ ਕੋਈ ਰੋਮਨ ਲੜਾਕਾ ਹੋਵੇ, ਜਿਹੜੇ ਗਲੈਡੀਏਟਰਸ ਹੁੰਦੇ ਸੀ, ਕਹਿੰਦੇ ਗਲੈਡੀਏਟਰ ਦੇ ਵਾਂਗ ਪਾਰਲੀਮੈਂਟ ਦੇ ਵਿੱਚ ਦਾਖਲ ਹੁੰਦੇ ਨੇ। ਵਾਸੂ ਜੀ, ਇਸ ਪਾਰਲੀਮੈਂਟ 'ਚ ਵੀ ਦੇਖ ਲਓ, ਚਾਹੇ ਇਸ ਤੋਂ ਪਹਿਲਾਂ ਵੀ ਹੋਏ, ਜਿਹੜੇ TMC ਦੇ ਵੈਸਟ ਬੰਗਾਲ ਤੋਂ ਮਹੁਆ ਮਿੱਤਰਾ ਨੇ, ਇਹ ਕਾਫੀ ਫਾਇਰ ਬ੍ਰਾਂਡ, ਬੜੇ ਇੰਪ੍ਰੈਸਿਵ ਸਪੀਚਸ ਅੰਗਰੇਜ਼ੀ 'ਚ ਬੋਲਦੇ ਆ, ਤੇ ਤਰਕ ਬਰ ਤਰਕ ਜਦੋਂ ਉਹ ਆਈ ਥਿੰਕ ਚਿਣਦੇ ਆ ਆਰਗੂਮੈਂਟ, ਉਹਨਾਂ ਦੀ ਗੱਲ ਕਰਨ ਦਾ ਬੜਾ ਪ੍ਰਭਾਵ ਪਾਉਂਦੇ ਆ। ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕੀ ਮੋਦੀ ਸਰਕਾਰ ਦੇ ਕ੍ਰਿਟਿਕ ਨੇ, ਉਹ ਮਹੁਆ ਮਿੱਤਰਾ ਦੀਆਂ ਜਿਹੜੀਆਂ ਸਪੀਚਸ ਨੇ ਉਹਨਾਂ ਨੂੰ ਬੜਾ ਸਰਕੂਲੇਟ ਕਰਦੇ ਆ। ਸੋ ਪਿਛਲੇ ਦਿਨੀ ਜਿਹੜੀ ਸੀਗੀ ਪਾਰਲੀਮੈਂਟ ਚੱਲ ਰਹੀ ਆ, ਤੇ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜਦੋਂ ਆਏ ਤਾਂ ਜਿਹੜੀਆਂ 4 ਸੂਬੇ, 5 ਚੋਂ 4 ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ, ਤਾਂ ਬੀਜੇਪੀ ਦੇ ਜਿਹੜੇ ਜਿੰਨੇ ਵੀ ਬੈਂਚਸ ਦੇ ਉੱਤੇ ਮੈਂਬਰ ਪਾਰਲੀਮੈਂਟ ਬੈਠੇ ਸੀ, ਉਹਨਾਂ ਨੇ ਮੇਜ਼ ਵੀ ਥਪਥ ਪਾਏ ਤੇ ਫਿਰ ਜਿਸ ਤਰ੍ਹਾਂ ਨਾਰਮਲੀ ਮੋਦੀ ਮੋਦੀ ਕਰਕੇ ਉਹਨਾਂ ਦਾ ਸਵਾਗਤ ਕੀਤਾ। ਤੇ ਹੁਣ ਦਿਨ ਆ ਗਿਆ ਸੀ ਕਿ ਜੀ ਜਿਹੜੀਆਂ ਡਿਮਾਂਡਸ ਫॉर, ਜਿਹੜਾ ਬਜਟ ਦਾ ਸਿਸਟਮ ਹੁੰਦਾ, ਫਿਰ ਉਹਦੀ ਡਿਮਾਂਡ ਫॉर ਗ੍ਰਾਂਟਸ ਦਾ ਵੀ ਬਹਿਸ ਹੁੰਦੀ ਹੈ, ਤੇ ਫਿਰ ਮਿਨਿਸਟਰੀ ਟੂ ਮਿਨਿਸਟਰੀ ਜਾਂਦੀ ਹੈ। ਤੇ ਸਿਵਲ ਏਵੀਏਸ਼ਨ ਦਾ ਜਿਹੜੀ ਡਿਮਾਂਡ ਫॉर ਗ੍ਰਾਂਟ ਸੀਗੀ, ਉਹਦੇ ਵਾਸਤੇ ਬਹਿਸ ਚੱਲ ਰਹੀ ਸੀ ਪਾਰਲੀਮੈਂਟ ਦੇ ਵਿੱਚ, ਔਰ ਮਹੁਆ ਮਿੱਤਰਾ ਨੂੰ ਟਾਈਮ ਮਿਲਿਆ ਉਸ ਦੇ ਵਿੱਚ ਬੋਲਣ ਦਾ। ਉਹਨਾਂ ਨੇ ਕਿਹਾ ਕਿ ਜੀ ਮੌਕਾ ਤਾਂ ਜਿਹੜਾ ਸੀਗਾ ਜੀ, ਜਿਨ੍ਹਾਂ ਨੇ ਉਹ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਿਹਾ ਕਿ ਜੀ ਇਹਨਾਂ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਜਿਹੜਾ ਐਟਮੋਸਫੀਅਰ ਹੈ ਨਿਊ ਦਿੱਲੀ ਦਾ, ਉਹ ਆਦਮੀ ਨੂੰ ਚੋਕ ਕਰਨਾ, ਉਹਦੀ ਉੱਥੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ। ਤੇ ਪ੍ਰਾਈਮ ਮਿਨਿਸਟਰ ਦਾ ਨਾਂ ਇੰਜ ਲੈਣਾ, ਆਲ ਇੰਡੀਆ ਰੇਡੀਓ ਤੋਂ ਸਵੇਰੇ ਸ਼ਾਮ ਇਹ ਸੈਚੂਰੇਟਡ ਪ੍ਰੋਗਰਾਮ ਜਾਂ ਸਿਨੇਮਾ ਸਕਰੀਨ ਦੇ ਉੱਤੇ ਇਹ ਜਿਹੜੇ
ਇਹ ਬੜਾ ਐਕਸੈਪਟੇਬਲ ਨਹੀਂ ਹੈ। ਇਹ ਵਾਜਪਾਈ ਉਹਨਾਂ ਦੀ ਜਿਹੜੀ ਪਾਰਲੀਮੈਂਟ ਦੀ ਸਪੀਚ ਦਾ ਹਿੱਸਾ ਵਾ। ਔਰ ਉਹ ਕਹਿੰਦੇ ਜੀ ਹੁਣ ਜਦੋਂ ਇਹ ਜਿੱਤ ਕੇ ਆਏ ਆ ਤਾਂ ਫਿਰ ਜੀ ਇਹ ਇੰਜ ਐਂਟਰ ਕਰ ਰਹੇ ਆ ਹਾਊਸ ਦੇ ਵਿੱਚ, ਪਾਰਲੀਮੈਂਟ ਜਿੱਥੇ ਬਹਿਸ ਹੋਣੀ ਚਾਹੀਦੀ ਉੱਥੇ ਇੰਜ ਆਉਣਾ ਕਿ ਜਿਸ ਤਰ੍ਹਾਂ ਕੋਈ ਗਲੈਡੀਏਟਰ ਆ ਰਿਹਾ ਹੈ ਤੇ ਉਹ ਆਪੋਜੀਸ਼ਨ ਨੂੰ ਢਾਹ ਢੇਰੀ ਕਰ ਦੂਗਾ ਤੇ ਔਰ ਉਹੋ ਜੀ ਲੜਾਈ ਜਿਹੜੀ ਹੈਗੀ ਇਮੈਚਿਓਰਿਟੀ ਜਿਹੜੀ ਹੈ। ਔਰ ਉਹਨਾਂ ਨੇ ਕਿਹਾ ਜੀ ਕਿ ਬੀਜੇਪੀ ਨੇ ਪਾਰਲੀਮੈਂਟ ਨੂੰ ਕੋਲੋਸੀਅਮ ਬਣਾ ਕੇ ਰੱਖਤਾ ਰੋਮ ਦਾ, ਤੇ ਪ੍ਰਾਈਮ ਮਿਨਿਸਟਰ ਦੀ ਜਿਹੜੀ ਆਪਣੀ ਛਵੀ ਜਿਹੜੀ ਹੈ ਉਹਨੂੰ ਥੱਲੇ ਕਰ ਰਹੇ। ਸੋ ਉਹ ਕਹਿੰਦੇ ਸੀ ਕਿ ਇਹ ਕਿਉਂਕਿ ਸਿਵਲ ਐਵੀਏਸ਼ਨ ਦਾ ਮੌਕਾ ਸੀ, ਸਿਵਲ ਐਵੀਏਸ਼ਨ ਦੇ ਉੱਤੇ ਉਹਨਾਂ ਨੇ ਕਿਹਾ ਬਹੁਤ ਸਾਰੀਆਂ ਔਰਤਾਂ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਤੁਹਾਨੂੰ ਉਹਨਾਂ ਨੂੰ ਅਪਲੋਡ ਕਰਨਾ ਚਾਹੀਦਾ ਸੀ। ਉਹ ਕਹਿੰਦੇ ਜੀ ਜਿਹੜੀ ਫਸਟ ਵੂਮਨ ਸੀਗੀ ਜਿਹਨੂੰ ਪਾਇਲਟ ਲਾਇਸੈਂਸ ਮਿਲਿਆ ਸੀ, ਉਰਮਿਲਾ ਪਾਰਕ, ਜਿਹੜੀ ਫਸਟ ਜਿਹੜੀ ਕਮਰਸ਼ੀਅਲ ਪਾਇਲਟ ਸੀ ਪ੍ਰੇਮ ਮਾਥੁਰ, ਫਸਟ ਵੂਮਨ ਜਿਹੜੀ ਇੰਡੀਅਨ 에ਅਰਲਾਈਨ ਦੀ ਸੀ ਦੁਰਬਾ ਬੈਨਰਜੀ, ਫਸਟ ਵੂਮਨ ਇੰਡੀਅਨ 에ਅਰ ਫੋਰਸ ਜਿਹੜੀ ਗੁੰਜਨ ਸਕਸੈਨਾ, ਕੈਪਟਨ ਜਿਹੜੀ ਸੀ ਫਸਟ ਬੋਇੰਗ ਦੀ ਆਲ ਵੂਮਨ ਕਰੂ ਸੁਦਾਮੀ ਦੇਸ਼ਮੁਖ, ਔਰ ਫਿਰ ਯੰਗੈਸਟ ਪਾਇਲਟ ਜਿਹੜੀ ਸਿਵਲ ਐਵੀਏਸ਼ਨ ਦੀ ਆ ਨਿਵੇਦਿਤਾ ਭਸੀਨ। ਇਹਨਾਂ ਨੂੰ ਤਾਂ ਤੁਸੀਂ ਕਹਿੰਦੇ ਜੀ ਨਹੀਂ ਕਰ ਰਹੇ, ਉਹਨਾਂ ਨੂੰ ਅਪਲੋਡ ਕਰ ਰਹੇ। ਸਿਵਲ ਐਵੀਏਸ਼ਨ ਦੇ ਉੱਤੇ ਮੋਦੀ ਕਰਨ ਦਾ ਕਹਿੰਦੇ ਜੀ ਇਹ ਬੜਾ ਤੁਕਾ ਜਿਹਾ ਲੱਗਦਾ। ਸੋ ਜਿਹੜੇ ਰੂਲਿੰਗ ਬੈਂਚਸ ਸੀਗੇ, ਟ੍ਰੈਜਰੀ ਬੈਂਚਸ ਸੀ, ਉਹਨਾਂ 'ਚ ਕਈ ਲੋਕੀ ਕਾਫੀ ਇਸ ਜਿਹੜਾ ਸੀ ਅਟੈਕ ਮਹੁਆ ਮਿੱਤਰਾ ਦਾ ਜਿਹੜਾ ਮੋਇਤਰਾ ਦਾ ਜਿਹੜਾ ਅਟੈਕ ਸੀ ਉਹਦੇ ਤੋਂ ਕਾਫੀ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਸੀ। ਤੇ ਪੰਦੇਰ ਸਾਹਿਬ, ਹੁਣ ਸਾਰੇ ਜਾਣਦੇ ਨੇ ਕਿ ਯੂਕਰੇਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਹੈ, ਰਸ਼ੀਆ ਵੱਲੋਂ ਹਮਲਾ ਕੀਤਾ ਗਿਆ, ਜੀਓਪੋਲੀਟੀਕਲ ਲੈਵਲ ਤੇ ਬੜਾ ਹੁਣ ਇੱਕ ਕ੍ਰਿਟੀਕਲ ਸਮਾਂ ਹੈ ਤੇ ਇਸ ਜੰਕਚਰ ਤੇ ਚਾਈਨਾ ਦੇ ਵਿਦੇਸ਼ ਮੰਤਰੀ ਵੈਂਗ ਯੀ ਉਹ ਭਾਰਤ ਦਾ ਦੌਰਾ ਕਰ ਰਹੇ ਨੇ। ਸੋ ਇਸ ਦੌਰੇ ਦੌਰਾਨ ਕੀ ਗੱਲਬਾਤ ਹੋਣ ਦੀ ਸੰਭਾਵਨਾ ਜੀ? ਦੇਖੋ, ਇੱਕ ਤਾਂ ਕੱਲ ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਰਸ਼ੀਆ ਨੇ ਜਿਹੜਾ ਆਪਣਾ ਹਿਊਮੈਨਿਟੇਰੀਅਨ ਰੈਜ਼ੋਲੂਸ਼ਨ ਲਿਆਂਦਾ ਸੀ ਕਿ ਉੱਥੋਂ ਦੀ ਸਾਰੀ ਉਹਦੇ ਉੱਪਰ 15 ਦੇ ਵਿੱਚੋਂ ਸਿਰਫ 2 ਵੋਟਾਂ ਹੀ ਪਈਆਂ ਉਹਦੇ ਵਿੱਚ ਰਸ਼ੀਆ ਤੇ ਚਾਈਨਾ ਦੀ ਆ ਉਸ ਰੈਜ਼ੋਲੂਸ਼ਨ ਦੇ ਫੇਵਰ 'ਚ। ਬਾਕੀ ਕਿਸੇ ਨੇ ਵੋਟ ਤਾਂ ਖਿਲਾਫ ਨਹੀਂ ਕੀਤੀ, ਬਾਕੀਆਂ ਨੇ ਐਬਸਟੇਨ ਕੀਤਾ। ਇੰਡੀਆ ਨੇ ਆਪਣਾ ਨਿਊਟਰਲ ਸਟੈਂਡ ਬਰਕਰਾਰ ਕੀਤਾ ਕਿ ਉਹ ਅਸੀਂ ਵੋਟ ਨਹੀਂ ਪਾਉਣੀ, ਉਹਨਾਂ ਦਾ ਆਪਣਾ ਸੀਗਾ। ਸੋ ਇੰਡੀਆ ਨੇ ਤਾਂ ਇਹ ਸ਼ੋਅ ਕੀਤਾ ਕਿ ਜੇ ਅਸੀਂ ਜਿਹੜੀ ਹੈਗੀ ਆ ਯੂਰਪੀਅਨ ਨਾਟੋ ਵਾਲੇ ਦੇਸ਼ ਅਗਰ ਰੈਜ਼ੋਲੂਸ਼ਨ ਲੈ ਕੇ ਆਉਂਦੇ ਆ ਫਿਰ ਵੀ ਅਸੀਂ ਨਿਊਟਰਲ ਰਹਿੰਦੇ ਆ, ਤੇ ਜੇ ਰਸ਼ੀਆ ਨੇ ਲਿਆਂਦਾ ਫਿਰ ਵੀ ਰਹਿੰਦੇ ਆ। ਪਰ ਦੂਸਰੇ ਪਾਸੇ ਜਿਹੜਾ ਰਸ਼ੀਆ ਤੇ ਚਾਈਨਾ ਦਾ ਜਿਹੜਾ ਐਕਸੈਸ ਬਣਦਾ ਜਾ ਰਿਹਾ, ਉਹ USA ਈਵਨ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੀ ਸਿਚੁਏਸ਼ਨ ਇਸ ਮਾਮਲੇ ਦੇ ਉੱਤੇ ਬੜੀ ਸ਼ੇਕੀ ਹੈ। ਭਾਰਤ ਨੇ ਕਿਹਾ ਕਿ ਜੀ ਅਸੀਂ 2 ਚੀਜ਼ਾਂ ਦੇ ਉੱਤੇ, ਭਾਰਤ ਨੇ ਇਨਡਾਇਰੈਕਟਲੀ ਤਾਂ ਦੱਸਿਆ ਵਾ ਕਿ 2 ਚੀਜ਼ਾਂ ਕਰਕੇ ਅਸੀਂ ਰਸ਼ੀਆ ਤੇ ਡਿਪੈਂਡੈਂਟ ਹੈ। ਇੱਕ ਤਾਂ ਜਿਹੜਾ ਕਰੂਡ ਆਇਲ ਆ ਉਹਦਾ ਇੰਪੋਰਟ ਹੈ, ਦੂਸਰਾ ਜਿਹੜਾ ਹੈਗਾ ਡਿਫੈਂਸ ਰਿਕੁਆਇਰਮੈਂਟਸ ਜਿਹੜੀਆਂ ਇੰਡੀਆ ਦੀਆਂ ਨੇ ਉਹ ਬਹੁਤ ਜ਼ਿਆਦਾ ਡਿਪੈਂਡੈਂਟ ਹੈ ਰਸ਼ੀਆ ਦੇ ਉੱਪਰ, ਡਿਫੈਂਸ ਜਿਹੜੀਆਂ ਟੋਟਲ ਇਕੁਇਪਮੈਂਟ। ਸੋ ਉਹਦੇ ਤੇ USA ਨੇ ਪ੍ਰੈਸ਼ਰ ਪਾਇਆ ਕਿ ਜਿਹੜਾ ਤੁਸੀਂ ਰਸ਼ੀਆ ਤੇ ਡਿਪੈਂਡੈਂਸ ਜਿਹੜੀ ਹੈਗੀ ਹੈ ਕਰੂਡ ਆਇਲ ਦੀ ਤੁਹਾਡੀ ਅਸੀਂ ਪੂਰੀ ਕਰਦੇ ਆ। ਤੇ ਪਿਛਲੇ ਦਿਨੀ ਯੂਰਪੀਅਨ ਯੂਨੀਅਨ ਕਹਿ ਲਓ ਜਾਂ ਅਫਰੀਕਾ ਵਾਸਤੇ ਜਿਹੜੀ ਕਣਕ ਦੀ ਸਪਲਾਈ ਜਿਹੜੀ ਕਰਨੀ ਸੀ ਉਹ ਵੀ ਭਾਰਤ ਤੋਂ ਲਈ ਆ ਵੈਸਟਰਨ ਵਰਲਡ ਨੇ, ਵੈਸਟਰਨ ਤਜਾਰਤ ਜਿਹੜੇ ਹੈਗੇ ਟ੍ਰੇਡਰਸ ਨੇ ਉਹਨਾਂ ਨੇ ਸਾਰਿਆਂ ਨੇ ਲਈ ਆ। ਸੋ ਕਹਿੰਦੇ ਜੀ ਤੁਹਾਡੀ ਕਰੂਡ ਆਇਲ ਦੀ ਅਸੀਂ ਰਿਕੁਆਇਰਮੈਂਟ ਪੂਰੀ ਕਰਦੇ ਆ ਤੇ ਦੂਸਰਾ ਡਿਫੈਂਸ ਦੀ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਵੀ ਪੂਰੀਆਂ ਕਰਦੇ ਆ। ਸੋ ਬੜੀ ਕੋਸ਼ਿਸ਼ ਲੱਗੀ ਹੋਈ ਹੈ ਦੋਨੋਂ ਧੜਿਆਂ ਦੀ ਕਿ ਭਾਰਤ ਨੂੰ ਆਪਣੀ ਸਾਈਡ ਤੇ ਲਿਆਂਦਾ ਜਾਵੇ। ਭਾਰਤ ਫਿਲਹਾਲ ਨਿਊਟਰਲ ਆ ਤੇ USA ਤਾਂ ਇੱਥੇ ਤੱਕ ਗਿਆ ਕਿ ਜਿਹੜਾ ਰਸ਼ੀਆ ਤੇ ਚਾਈਨਾ ਦਾ ਐਕਸੈਸ ਬਣਦਾ ਜਾ ਰਿਹਾ ਉਹ ਭਾਰਤ ਵਾਸਤੇ ਖਤਰਨਾਕ ਹੋ ਸਕਦਾ, ਤਾਂ ਨਾਟੋ ਜਾਂ USA ਵਰਗਾ ਪਾਵਰਫੁਲ ਦੇਸ਼ ਹੀ ਭਾਰਤ ਨੂੰ ਬਚਾ ਸਕਦਾ। ਇਹਨਾਂ ਦਿਨਾਂ ਦੇ ਵਿੱਚ ਵੈਂਗ ਯੀ ਦੀ ਜਿਹੜੀ ਹੈਗੀ ਆ ਗੇੜੀ ਆ, ਅੱਜ ਕੱਲ ਉਹ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਦੀ ਜਿਹੜੀ ਇਸਲਾਮਾਬਾਦ 'ਚ ਮੀਟਿੰਗ ਚੱਲ ਰਹੀ ਹੈ, ਉੱਥੇ ਗੈਸਟ ਆਫ ਆਨਰ ਸੀ, ਉੱਥੇ ਵੀ ਇੱਕ ਅੱਧੇ ਬਿਆਨ ਦੇ ਉੱਤੇ ਭਾਰਤ ਨੇ ਉਹਨਾਂ ਤੇ ਚਿੰਤਾ ਕੀਤੀ ਹੈ। ਪਰ ਜਿਹੜੀ ਦਿੱਲੀ ਆਉਣਾ ਉਹਨਾਂ ਨੇ ਹੁਣ, ਤੇ ਭਾਰਤ ਇਸ ਦੇ ਉੱਤੇ ਬਹੁਤ ਹੀ ਟਾਈਟ ਲਿਪਟਾ ਬੋਲ ਨਹੀਂ ਰਿਹਾ। ਭਾਰਤ ਤੋਂ ਬਾਅਦ ਯਾਂਗ ਯੀ ਨੇ ਨੇਪਾਲ ਵੀ ਜਾਣਾ। ਯਾਂਗ ਯੀ ਦੀ ਇੱਕ ਤਾਂ ਪਹਿਲੀ ਉਹ ਗੱਲ ਹੈ ਕਿ ਜੀ ਜੇ
ਯੂਕਰੇਨ ਵਾਰ ਦਾ ਕੋਈ ਫਾਇਦਾ ਹੁੰਦਾ ਵਾ ਜੀ। ਤਾਂ ਹੋ ਸਕਦਾ ਯੈਂਗੀ ਦੇ ਨਾਲ ਗੱਲ ਕਰਕੇ ਅਗਰ ਇੱਕ ਪਾਸੇ ਦਾ ਐਕਸੈਸ ਭਾਰਤ ਚਾਈਨਾ ਔਰ ਰਸ਼ੀਆ ਦਾ ਐਕਸੈਸ ਬਣਨਾ ਵਾ ਤਾਂ ਜਿਹੜਾ ਚਾਈਨਾ ਤੇ ਭਾਰਤ ਦੇ ਬਾਰਡਰ ਇਸ਼ੂਜ਼ ਨੇ ਉਹ ਰਿਜ਼ੋਲਵ ਹੋਣੇ ਜ਼ਰੂਰੀ ਹੈ ਤੇ ਉਹਨਾਂ ਦੇ ਜਿਹੜੇ ਫੌਜੀ ਝਗੜੇ ਹੁੰਦੇ ਨੇ ਇੱਕ ਦੂਜੇ ਦੇ ਜਾਨੀ ਨੁਕਸਾਨ ਵੀ ਹੋਏ ਨੇ ਜੀ। ਉਹਨਾਂ ਦੇ ਉੱਤੇ ਕੀ ਇਹ ਕੋਈ ਉਧਰ ਨੂੰ ਸਾਹਮਣੇ ਜਾਊਗਾ। ਦੂਸਰੀ ਜਿਹੜੀ ਟ੍ਰੇਡ ਦੇ ਵੀ ਕੰਮ ਜਿਹੜੇ ਇੰਬੈਲੈਂਸ ਹੈ ਜੀ। ਉਹਦੀ ਵੀ ਗੱਲ ਕਰਦੀ ਆ ਔਰ ਜਿਸ ਤਰ੍ਹਾਂ ਚਾਈਨਾ ਭਾਰਤ ਦੀ ਘੇਰਾਬੰਦੀ ਕਰ ਰਿਹਾ ਹੈ ਜੀ। ਉਹ ਸਾਰੀ ਦੀ ਸਾਰੇ ਇਸ਼ੂਜ਼ ਜਿਹੜੇ ਹੈਗੇ ਆ ਕੀ ਇਹ ਹੁਣ ਚੱਕੇ ਜਾਣਗੇ ਨਾ ਤਾਂ ਚਾਈਨਾ ਦੱਸ ਰਿਹਾ ਨਾ ਭਾਰਤ ਦੱਸ ਰਿਹਾ ਜੀ। ਔਰ ਇਹ ਜਿਹੜੀ ਮੀਟਿੰਗ ਹੈ ਇਹ ਕਾਹਦੇ ਵਾਸਤੇ ਆ ਰਹੀ ਹੈ ਔਰ ਇਹਦੇ ਵਿੱਚ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਅਜੀਤ ਡੋਵਲ ਉਹਦੇ ਨਾਲ ਵੀ ਮੀਟਿੰਗ ਹੈ। ਸੋ ਇਹ ਸਾਰੀਆਂ ਲੋਕਾਂ ਦਾ ਜਿਹੜੇ ਨਿਗਾਹਾਂ ਨੇ ਉਹ ਇਸ ਮੀਟਿੰਗ ਦੇ ਉੱਤੇ ਲੱਗੀਆਂ ਹੋਈਆਂ ਨੇ ਕਿ ਚਾਈਨਾ ਤੇ ਭਾਰਤ ਦੇ ਵਿੱਚ ਕੀ ਨਵਾਂ ਕੋਆਪਰੇਸ਼ਨ ਦਾ ਦੌਰ ਸ਼ੁਰੂ ਹੋਊਗਾ ਔਰ ਯੂਕਰੇਨ ਦੀ ਵਾਰ ਕੀ ਸਾਡੇ ਵਾਸਤੇ ਇੱਕ ਬਲੇਸਿੰਗ ਇਨ ਡਿਸਗਾਈਜ਼ ਆ ਸਕਦੀ। ਜੀ ਜੀ, ਥੈਂਕ ਯੂ ਵੈਰੀ ਮੱਚ ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ। ਹੁਣ ਕੱਲ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਧੰਨਵਾਦ ਜੀ।